Welcome to Shifa's English Academy, your one-stop solution for every English challenge. ਗੁੱਡ ਈਵਨਿੰਗ ਪਿਆਰੇ ਬੱਚਿਓ, ਹਾਊ ਆਰ ਯੂ ਡੂਇੰਗ? ਕੀ ਹਾਲ ਚਾਲ ਹੈ ਸਾਰਿਆਂ ਦਾ? ਵਧੀਆ। ਸੋ ਪਿਆਰੇ ਬੱਚਿਓ, 8ਵੀਂ ਦਾ ਤੁਹਾਡਾ ਪ੍ਰੀ ਬੋਰਡ ਦਾ ਪੇਪਰ ਹੋ ਗਿਆ, ਪਰ ਬੋਰਡ ਦੇ ਪੇਪਰਾਂ ਨੂੰ ਵੀ ਦਿਨ ਬਹੁਤ ਥੋੜ੍ਹੇ ਰਹਿ ਗਏ ਨੇ। ਅਤੇ 17 ਫੈਬਰਰੀ ਨੂੰ ਤੁਹਾਡਾ ਜਿਹੜਾ ਇੰਗਲਿਸ਼ ਦਾ ਪੇਪਰ ਹੈ ਬੋਰਡ ਦਾ, ਦਿਨ ਸਾਡੇ ਕੋਲ ਬਹੁਤ ਥੋੜ੍ਹੇ ਨੇ, ਸਿਲੇਬਸ ਕਾਫੀ ਜ਼ਿਆਦਾ ਹੈ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਿਲੇਬਸ ਨੂੰ ਸਿੰਪਲੀਫਾਈ ਕਰਕੇ ਤੁਹਾਡੇ ਲਈ ਬਹੁਤ ਆਸਾਨ ਬਣਾਇਆ ਜਾਏ। ਅੱਜ ਦਾ ਟੌਪਿਕ ਜਿਹੜਾ ਹੈ ਉਹ ਨਿਊਜ਼ਪੇਪਰ ਹੈਡਲਾਈਨਸ ਨੇ। ਤੁਹਾਡੇ ਸਿਲੇਬਸ ਦੇ ਵਿੱਚ ਟੋਟਲ 15 ਨਿਊਜ਼ਪੇਪਰ ਹੈਡਲਾਈਨਸ ਨੇ। ਹਾਂਜੀ, 10 ਜਿਹੜੀਆਂ ਉਹ ਸੋਲਵਡ ਨੇ ਅਤੇ 5 ਜਿਹੜੀਆਂ ਉਹ ਅਨਸੋਲਵਡ ਨੇ, ਅਤੇ 15 ਦੀਆਂ 15 ਇਕੱਠੇ ਕਰਕੇ ਮੈਂ ਤੁਹਾਡੇ ਵਾਸਤੇ ਲੈ ਕੇ ਆ ਰਹੀ ਹਾਂ। ਮੈਂ ਨਿਊਜ਼ਪੇਪਰ ਹੈਡਲਾਈਨਸ ਨੂੰ ਥੋੜ੍ਹਾ ਅੱਗੇ ਪਿੱਛੇ ਕਰਕੇ ਇਸ ਤਰ੍ਹਾਂ ਕਰਕੇ ਕੈਟਾਗਰਾਈਜ਼ ਕੀਤਾ ਹੈ ਕਿ ਤੁਹਾਨੂੰ ਸੌਖਾ ਹੋਵੇ ਥੋੜ੍ਹਾ। ਕੁਝ ਨਿਊਜ਼ਪੇਪਰ ਹੈਡਲਾਈਨਸ ਦੀ ਐਕਸਪਲੇਨੇਸ਼ਨ ਮੈਂ ਬਿਲਕੁਲ ਇੱਕੋ ਜਿਹੀ ਲਿਖ ਦਿੱਤੀ ਹੈ ਤਾਂ ਕਿ ਤੁਹਾਨੂੰ ਯਾਦ ਕਰਨ ਦੇ ਵਿੱਚ ਬਹੁਤ ਹੀ ਸੌਖਾ ਹੋਵੇ। ਜਿਵੇਂ ਤੁਸੀਂ ਇੱਕ ਨਿਊਜ਼ਪੇਪਰ ਹੈਡਲਾਈਨ ਯਾਦ ਕਰ ਲਈ ਤਾਂ 3-4 ਦੇ ਵਿੱਚੋਂ ਸੇਮ ਟੂ ਸੇਮ ਉੱਦਾਂ ਦੀ ਹੀ ਵੋਕੈਬਲਰੀ ਆ ਜਾਏਗੀ, ਅਤੇ ਤੁਹਾਡੇ ਲਈ ਬਹੁਤ ਹੀ ਸੌਖਾ ਅਤੇ ਸਿੰਪਲੀਫਾਈ ਕੀਤਾ ਗਿਆ ਹੈ। ਸੋ ਤੁਸੀਂ ਛੱਡਣਾ ਨਹੀਂ ਹੈ, ਇਹਨੂੰ ਵੀ ਅੱਛੀ ਤਰ੍ਹਾਂ ਯਾਦ ਕਰ ਲੈਣਾ, ਕਿਉਂਕਿ ਸਾਡਾ ਟਾਰਗੇਟ ਕੀ ਹੈ? 80 ਵਿੱਚੋਂ 80 ਨੰਬਰ ਲੈਣੇ, ਅਤੇ 80 ਵਿੱਚੋਂ 80 ਨੰਬਰ ਲੈਣੇ ਕੋਈ ਬਹੁਤੇ ਔਖੇ ਨਹੀਂ ਹੈ। ਬਸ ਜਿਹੜਾ ਮੈਂ ਸਕੈਡਿਊਲ ਦੇ ਰਹੀ ਹਾਂ ਉਸੇ ਸਕੈਡਿਊਲ ਦੇ ਹਿਸਾਬ ਨਾਲ ਤੁਸੀਂ ਤਿਆਰੀ ਕਰਨੀ ਹੈ, ਔਰ ਨਿਊਜ਼ਪੇਪਰ ਹੈਡਲਾਈਨਸ ਵੀ ਤੁਸੀਂ 15 ਦੀਆਂ 15 ਹੀ ਯਾਦ ਕਰਕੇ ਜਾਣੀ ਹੈ ਤਾਂ ਕਿ ਜਿਹੜੀ ਮਰਜ਼ੀ ਆ ਜਾਵੇ ਤੁਸੀਂ ਕਰ ਸਕੋ। ਐਂਡ ਟਰਸਟ ਮੀ, ਬਹੁਤ ਸੌਖਾ ਹੈ। ਇੰਗਲਿਸ਼ ਐਕਚੁਅਲੀ ਬਹੁਤ ਸੌਖੀ ਹੈ, ਮੈਂ ਇੰਨੀ ਕੁ ਸਿੰਪਲੀਫਾਈ ਕੀਤੀ ਹੈ ਕਿ ਬਿਲਕੁਲ ਤੁਹਾਨੂੰ ਔਖੀ ਨਹੀਂ ਲੱਗੇਗੀ, ਪ੍ਰੋਮਿਸ। ਸੋ ਆਓ ਅੱਜ ਕਰਦੇ ਹਾਂ ਨਿਊਜ਼ਪੇਪਰ ਹੈਡਲਾਈਨਸ। ਸੋ ਪਿਆਰੇ ਬੱਚਿਓ, ਇਹ ਹੈ ਤੁਹਾਡੀਆਂ ਨਿਊਜ਼ਪੇਪਰ ਹੈਡਲਾਈਨਸ। ਹੁਣ ਤੁਸੀਂ ਧਿਆਨ ਨਾਲ ਇਹ ਪਹਿਲੀਆਂ 3 ਹੈਡਲਾਈਨਸ ਦੇਖਣੀਆਂ ਨੇ। ਇਹ ਤਿੰਨੋਂ ਇੱਕੋ ਜਿਹੀਆਂ ਨੇ, ਠੀਕ ਹੈ, ਥੋੜਾ ਥੋੜਾ ਡਿਫਰੈਂਸ ਹੈ। ਜਿਵੇਂ ਦੇਖੋ, ਪਹਿਲੀ ਹੈ ਸੁਨਾਮੀ ਹਿਟਸ ਜਾਪਾਨ। ਇਹ ਤੁਹਾਨੂੰ ਇਸ ਤਰ੍ਹਾਂ ਪੇਪਰ 'ਚ ਆਏਗਾ, ਔਰ ਇਹ ਜਿਹੜਾ ਕਾਲੇ ਪੈਨ ਨਾਲ ਲਿਖਿਆ ਹੈ ਇਹਦਾ ਤੁਸੀਂ ਆਨਸਰ ਇਸ ਤਰ੍ਹਾਂ ਐਕਸਪਲੇਨ ਕਰਕੇ ਲਿਖਣਾ ਹੈ। ਆਨਸਰ ਡਿਸਕਸ ਕਰਨ ਤੋਂ ਪਹਿਲੇ ਆਪਾਂ ਦੂਜੀ ਵੀ ਦੇਖ ਲੈਂਦੇ ਹਾਂ। ਸੁਨਾਮੀ ਤੁਹਾਨੂੰ ਪਤਾ ਨਾ ਕੀ ਹੁੰਦਾ ਸਾਰਿਆਂ ਨੂੰ, ਹੈ ਨਾ, ਜਿਹੜਾ ਸਮੁੰਦਰਾਂ ਦੇ ਵਿੱਚ ਆਉਂਦਾ, ਲਹਿਰਾਂ ਉੱਠਦੀਆਂ, ਤਬਾਹੀ ਕਰ ਦਿੰਦਾ ਚਾਰੇ ਪਾਸੇ। ਸੋ ਇਹ ਕਿ ਸੁਨਾਮੀ ਜਾਪਾਨ ਦੇ ਵਿੱਚ ਸੁਨਾਮੀ ਆਇਆ, ਇਹ ਪਹਿਲੀ ਹੈਡਲਾਈਨ ਹੈ। ਦੂਸਰੀ ਹੈਡਲਾਈਨ ਹੈ ਸਾਈਕਲੋਨ ਹਿਟਸ ਉੜੀਸਾ, 100 ਕਿਲਡ, ਕਿ ਉੜੀਸਾ ਦੇ ਵਿੱਚ ਸਾਈਕਲੋਨ ਆ ਗਿਆ। ਇਹ ਵੀ ਇੱਕ ਕਿਸਮ ਦਾ ਚੱਕਰਵਾਤ ਹੈ, ਤੇ 100 ਸੈਂਕੜੇ ਲੋਕ ਮਾਰੇ ਗਏ। ਤੀਸਰੀ ਹੈ ਅਰਥਕੁਏਕ ਰੌਕਸ ਨੇਪਾਲ, ਕਿ ਨੇਪਾਲ ਦੇ ਵਿੱਚ ਅਰਥਕੁਏਕ ਆਇਆ। ਸੋ ਇਹ ਤਿੰਨੋਂ ਹੀ ਕੀ ਹੈਗੀਆਂ ਨੇ? ਨੈਚੁਰਲ ਡਿਜ਼ਾਸਟਰ ਜਿਹਨਾਂ ਨੂੰ ਕਹਿੰਦੇ ਆ, ਕੁਦਰਤੀ ਆਫਤਾਂ ਨੇ। ਸੋ ਇਹਨਾਂ ਤਿੰਨਾਂ ਨੂੰ ਮੈਂ ਇਕੱਠਿਆਂ ਕਰਤਾ ਹੈ ਤੇ ਇਹਨਾਂ ਦੀ ਇੱਕੋ ਜਿਹੀ ਹੀ ਐਕਸਪਲੇਨੇਸ਼ਨ ਲਿਖ ਰਹੀ ਹੈ, ਠੀਕ ਹੈ। ਸੋ ਕਿਉਂਕਿ ਆਪਾਂ ਥੋੜਾ ਵੱਡਾ ਕਰਕੇ ਇਹਨੂੰ ਲਿਖਣਾ, ਐਕਸਪਲੇਨੇਸ਼ਨ ਤਾਂ ਹੀ ਹੁੰਦੀ ਹੈ ਨਾ, ਸੋ ਥੋੜਾ ਜਿਹਾ ਵੱਡਾ ਕਰਕੇ ਏਦਾਂ ਲਿਖਿਆ। ਸੁਨਾਮੀ ਹਿਟਸ ਜਾਪਾਨ ਨੂੰ ਆਪਾਂ ਕੀ ਲਿਖ ਲਿਆ? ਸੁਨਾਮੀ ਹੈਜ਼ ਹਿਟ ਦਾ ਈਸਟ ਸਾਈਡ ਆਫ ਜਾਪਾਨ। ਸਾਰਿਆਂ ਦੀ ਆਪਾਂ ਈਸਟ ਸਾਈਡ ਹੀ ਕਰ ਦੇਣੀ ਹੈ, ਠੀਕ ਹੈ। ਸੋ ਸੁਨਾਮੀ ਹੈਜ਼ ਹਿਟ ਦਾ ਈਸਟ ਸਾਈਡ ਆਫ ਜਾਪਾਨ, ਹੰਡਰਡਸ ਆਫ ਪੀਪਲ ਡਾਈਡ। ਸੋ ਇਹ ਤੁਸੀਂ ਯਾਦ ਕਰ ਲੈਣਾ ਏਦਾਂ। ਹਿਟਸ ਜਾਪਾਨ ਦਾ ਕੀ ਹੋ ਜਾਏਗਾ? ਹੈਜ਼ ਹਿਟ, ਤੇ ਜਾਪਾਨ ਦਾ ਕੀ ਹੋ ਜਾਏਗਾ? ਦਾ ਈਸਟ ਸਾਈਡ ਆਫ ਜਾਪਾਨ, ਹੰਡਰਡਸ ਆਫ ਪੀਪਲ ਡਾਈਡ। ਇਸੇ ਤਰ੍ਹਾਂ ਜਦੋਂ ਸਾਈਕਲੋਨ ਹਿਟਸ ਉੜੀਸਾ, ਤਾਂ ਤੁਸੀਂ ਇਹਨੂੰ ਵੀ ਏਦਾਂ ਲਿਖ ਲੈਣਾ, ਇਹ ਸਾਈਕਲੋਨ ਹੈਜ਼ ਹਿਟ ਦਾ ਈਸਟ ਸਾਈਡ ਆਫ ਉੜੀਸਾ। ਜਾਪਾਨ ਦੀ ਜਗ੍ਹਾ ਤੇ ਕੀ ਆ ਗਿਆ? ਉੜੀਸਾ। ਸੁਨਾਮੀ ਦੀ ਜਗ੍ਹਾ ਤੇ ਕੀ ਆ ਗਿਆ? ਸਾਈਕਲੋਨ, ਤੇ ਬਾਕੀ ਸਾਰਾ ਰਹਿ ਗਿਆ ਸੇਮ। ਇਹ ਵੀ ਸੇਮ ਆ ਗਿਆ, ਹੰਡਰਡਸ ਆਫ ਪੀਪਲ ਡਾਈਡ। ਫਿਰ ਜਦੋਂ ਤੀਸਰੀ ਆ ਅਰਥਕੁਏਕ ਰੌਕਸ ਨੇਪਾਲ, ਤੇ ਉਦੋਂ ਵੀ ਆਪਾਂ ਇਹਦੀ ਜਗ੍ਹਾ ਤੇ ਅਰਥਕੁਏਕ ਲਿਖ ਦੇਣਾ। ਹੁਣ ਐਨ ਅਰਥਕੁਏਕ ਹੈਜ਼ ਹਿਟ ਦਾ ਈਸਟ ਸਾਈਡ ਆਫ ਨੇਪਾਲ। ਹੁਣ ਜਾਪਾਨ ਉੜੀਸਾ ਦੀ ਜਗ੍ਹਾ ਤੇ ਕੀ ਹੋ ਗਿਆ? ਨੇਪਾਲ। ਬਾਕੀ ਉਹੀ ਸਾਰਾ ਸੇਮ, ਹੈਜ਼ ਹਿਟ ਦਾ ਈਸਟ ਸਾਈਡ ਆਫ। ਇੱਥੇ ਸੁਨਾਮੀ ਸੀ, ਇੱਥੇ ਸਾਈਕਲੋਨ, ਇੱਥੇ ਕੀ ਆ ਗਿਆ? ਅਰਥਕੁਏਕ। ਸੋ ਇਹਦੇ ਸਪੈਲਿੰਗਸ ਤੇ ਤੁਸੀਂ ਇਹਦੇ ਵਿੱਚ ਸਟੇਟਮੈਂਟਸ ਦੇ ਵਿੱਚੋਂ ਹੀ ਲੈ ਲੈਣੇ ਆ, ਹੈ ਨਾ, ਤੇ ਬਾਕੀ ਉਹੀ ਹੰਡਰਡਸ ਆਫ ਪੀਪਲ ਡਾਈਡ। ਹੁਣ ਤੁਸੀਂ ਦੇਖੋ ਕਿ ਅਗਰ ਤੁਸੀਂ ਇੱਕ ਹੈਡਲਾਈਨ ਯਾਦ ਕਰ ਲਈ ਇਹਨਾਂ ਵਿੱਚੋਂ, ਇਹ 3 ਤੁਹਾਡੀਆਂ ਆਪਣੇ ਆਪ ਹੀ ਯਾਦ ਕਰਨੀਆਂ ਸੌਖੀਆਂ ਹੋ ਜਾਣੀਆਂ। ਹੋ ਗਿਆ ਨਾ ਸੌਖਾ? ਹੁਣ ਅਗਲੀਆਂ ਦੇਖਦੇ ਹਾਂ, ਜਿਹੜੀਆਂ 4 ਤੋਂ ਲੈ ਕੇ ਤੇ 8 ਤੱਕ ਨਿਊਜ਼ਪੇਪਰ ਹੈਡਲਾਈਨਸ ਹੈ। ਇਹ ਮੈਂ ਕੋਸ਼ਿਸ਼ ਕੀਤੀ ਹੈ ਕਿ ਥੋੜਾ ਸੌਖੀਆਂ ਹੋ ਜਾਣ ਤੇ ਇੱਕੋ ਜਿਹੀਆਂ ਹੋ ਜਾਣ। ਇਹਨਾਂ ਸਾਰਿਆਂ ਦੇ ਵਿੱਚ ਮਿਨਿਸਟਰਸ ਦੀ ਹੀ ਗੱਲ ਕੀਤੀ ਹੈ। CM ਮਤਲਬ ਚੀਫ ਮਿਨਿਸਟਰ ਕਾਲਸ ਫॉर ਐਜੂਕੇਸ਼ਨ ਰਿਫਾਰਮਸ ਇਨ ਪੰਜਾਬ, ਕਿ ਜਿਹੜਾ ਆਪਣਾ ਮੁੱਖ ਮੰਤਰੀ ਹੈ ਉਹਨੇ ਪੰਜਾਬ ਦੇ ਵਿੱਚ ਸਿੱਖਿਆ ਸੁਧਾਰ ਦੇ ਲਈ ਮੀਟਿੰਗ ਬੁਲਾਈ, ਠੀਕ ਹੈ। ਅਗਲਾ ਸੀਗਾ PM ਲਾਂਚਸ ਨਿਊ ਐਜੂਕੇਸ਼ਨ ਪਾਲਿਸੀ। PM ਮਤਲਬ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ, ਕਿ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੇ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਉਹ ਲਾਂਚ ਕਰਨੀ ਹੈ। ਅਗਲਾ ਸੀਗਾ PM ਲੀਵਸ ਫॉर ਟੈਕਸਸ। PM ਮਤਲਬ ਪ੍ਰਾਈਮ ਮਿਨਿਸਟਰ, ਕਿ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਉਹ ਟੈਕਸਸ ਦੇ ਲਈ, ਟੈਕਸਸ ਸ਼ਹਿਰ ਦਾ ਨਾਂ ਹੈ, ਉੱਥੇ ਲਈ ਰਵਾਨਾ ਹੋ ਗਏ। ਉਸ ਤੋਂ ਅਗਲੀ ਸੀਗੀ ਡਿਫੈਂਸ ਮਿਨਿਸਟਰ ਰੀਚਸ ਮਾਸਕੋ, ਕਿ ਜਿਹੜਾ ਸਾਡਾ ਡਿਫੈਂਸ ਮਿਨਿਸਟਰ ਹੈ ਉਹ ਮਾਸਕੋ ਪਹੁੰਚ ਰਿਹਾ ਹੈ।
ਅਗਲੀ ਹੈਡਲਾਈਨ ਹੈ ਸੀਨੀਅਰ ਪਾਰਟੀ ਮੈਂਬਰ ਕੁਇਟਸ, ਕਿ ਪਾਰਟੀ ਦਾ ਜਿਹੜਾ ਸੀਨੀਅਰ ਮੈਂਬਰ ਉਹਨੇ ਪਾਰਟੀ ਛੱਡ ਦਿੱਤੀ। ਸੋ ਇਹ ਸਾਰੀਆਂ ਪੋਲੀਟੀਕਲ ਨਿਊਜ਼ ਨੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਤਾਂ ਕਿ ਤੁਹਾਨੂੰ ਥੋੜਾ ਜਿਹਾ ਯਾਦ ਕਰਨ 'ਚ ਸੌਖ ਹੋਵੇ। ਸੋ ਪਹਿਲੀ ਦੇਖਦੇ ਹਾਂ ਇਹਦੇ ਵਿੱਚ ਕੀ ਆ ਹੁਣ, ਸੀਐਮ ਕਾਲਸ ਫॉर ਐਜੂਕੇਸ਼ਨ ਰਿਫਾਰਮਸ ਇਨ ਪੰਜਾਬ, ਕਿ ਸੀਐਮ ਨੇ ਪੰਜਾਬ ਦੇ ਵਿੱਚ ਸਿੱਖਿਆ ਸੁਧਾਰ ਦੀ ਮੀਟਿੰਗ ਬੁਲਾਈ। ਸੀਐਮ ਨੂੰ ਅਸੀਂ ਕੀ ਲਿਖ ਲੈਣਾ, ਚੀਫ ਮਿਨਿਸਟਰ, ਤੇ ਕਿਉਂਕਿ ਪੰਜਾਬ ਦਾ ਹੈ ਤੇ ਆਪਾਂ ਪਹਿਲੇ ਲਿਖ ਦੇਣਾ ਪੰਜਾਬ। ਪੰਜਾਬ ਚੀਫ ਮਿਨਿਸਟਰ ਮਤਲਬ ਪੰਜਾਬ ਦਾ ਮੁੱਖ ਮੰਤਰੀ, ਠੀਕ ਹੈ। ਪੰਜਾਬ ਦੇ ਸਪੈਲਿੰਗ ਵੀ ਤੁਸੀਂ ਇੱਥੋਂ ਹੀ ਲੈ ਲਿਆ। ਕਾਲਸ ਦਾ ਆਪਾਂ ਬਣਾਤਾ ਕਾਲਡ, ਕਿ ਉਹਨੇ ਬੁਲਾਈ, ਤੇ ਬੁਲਾਇਆ ਕਿਹਨੂੰ, ਐਕਸਪਰਟਸ ਨੂੰ। ਹੁਣ ਆਪਾਂ ਥੋੜੇ ਜਿਹੇ ਇੱਕ ਦੋ ਵਰਡਸ ਐਡ ਕਰਾਂਗੇ। ਕਿਹਨੂੰ ਬੁਲਾਉਂਦੇ, ਜੇ ਸਿੱਖਿਆ ਸੁਧਾਰ ਲਿਆਣੇ ਤੇ ਐਕਸਪਰਟਸ ਨੂੰ ਬੁਲਾਉਣਾ ਪਏਗਾ ਨਾ। ਸੋ ਆਪਾਂ ਇੱਕ ਵਰਡ ਇਹਦੇ ਵਿੱਚ ਐਡ ਕੀਤਾ ਐਕਸਪਰਟਸ, ਅੱਗੇ ਫਿਰ ਉਹੀ ਫॉर ਐਜੂਕੇਸ਼ਨ ਰਿਫਾਰਮਸ ਇਨ ਪੰਜਾਬ, ਉਹ ਸਾਰੇ ਦਾ ਸਾਰਾ ਅਸੀਂ ਇੱਥੋਂ ਹੀ ਚੇਪੀ ਮਾਰ ਕੇ ਇੱਥੇ ਲਿਖ ਲਿਆ। ਸੋ ਇਹਦਾ ਮਤਲਬ ਕੀ ਆ, ਆਪਾਂ ਸਿਰਫ ਇਹਦੇ ਵਿੱਚ ਇੱਕ ਵਰਡ ਆਪਣੇ ਕੋਲੋਂ ਐਡ ਕੀਤਾ ਐਕਸਪਰਟਸ, ਬਾਕੀ ਤਾਂ ਸਾਰੀ ਆਪਾਂ ਆਹੀ ਲਿਖ ਲਈ ਹੈ। ਸੀਐਮ ਨੂੰ ਲਿਖਤਾ ਸੀ ਪੰਜਾਬ ਚੀਫ ਮਿਨਿਸਟਰ, ਕਾਲਸ ਨੂੰ ਲਿਖਤਾ ਕਾਲਡ, ਇੱਕ ਵਰਡ ਪਾਇਆ ਐਕਸਪਰਟਸ, ਤੇ ਬਾਕੀ ਸਾਰਾ ਆਪਾਂ ਇਹਨੂੰ ਹੀ ਚੁੱਕ ਕੇ ਲਿਖ ਦਿੱਤਾ। ਇਹ ਸਾਡੀ ਹੋ ਗਈ ਐਕਸਪਲੇਨੇਸ਼ਨ। ਅਗਲਾ ਦੇਖੋ, ਪੀਐਮ ਲਾਂਚਸ ਨਿਊ ਐਜੂਕੇਸ਼ਨ ਪਾਲਿਸੀ, ਕਿ ਪੀਐਮ ਨੇ ਨਵੀਂ ਐਜੂਕੇਸ਼ਨ ਪਾਲਿਸੀ ਲਾਂਚ ਕੀਤੀ। ਸੋ ਪੀਐਮ ਦੀ ਫੁੱਲ ਫਾਰਮ ਆਪਾਂ ਲਿਖਾਂਗੇ ਦ ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਦੇ ਨਾਲ ਪਹਿਲੇ ਦ ਆਏਗਾ। ਸੋ ਦ ਪ੍ਰਾਈਮ ਮਿਨਿਸਟਰ ਹੈਜ਼ ਲਾਂਚਸ ਦਾ ਕੀ ਕਰਾਂਗੇ, ਹੈਜ਼ ਲਾਂਚਡ, ਜਿਵੇਂ ਪਹਿਲੇ ਵਿੱਚ ਹਿੱਟ ਦਾ ਕੀ ਕੀਤਾ ਸੀ, ਹੈਜ਼ ਹਿੱਟ, ਹੈਨਾ। ਸੋ ਇਦਾਂ ਹੀ ਆਪਾਂ ਇਹਦੇ ਵਿੱਚ ਕੀ ਕਰਾਂਗੇ, ਹੈਜ਼ ਲਾਂਚਡ, ਔਰ ਨਾਲ ਕੀ ਲਿਖ ਦੇਣਾ, ਅ ਨਿਊ ਐਜੂਕੇਸ਼ਨ ਪਾਲਿਸੀ, ਦੈਟਸ ਆਲ। ਸੋ ਲਾਂਚਸ ਦਾ ਅਸੀਂ ਬਣਾਤਾ ਹੈਜ਼ ਲਾਂਚਡ, ਪੀਐਮ ਨੂੰ ਦ ਪ੍ਰਾਈਮ ਮਿਨਿਸਟਰ ਲਿਖ ਕੇ ਪੂਰਾ ਦਾ ਪੂਰਾ ਪੈਥੋ ਦਾ ਇੱਥੇ ਇਦਾਂ ਹੀ ਲਿਖ ਦਿੱਤਾ। ਹੋ ਗਿਆ ਨਾ ਸੌਖਾ। ਸੋ ਅੱਗੇ ਦੇਖੋ ਹੁਣ, ਪੀਐਮ ਲੀਵਸ ਫॉर ਟੈਕਸਾਸ, ਕਿ ਉਹ ਟੈਕਸਾਸ ਦੇ ਵਾਸਤੇ ਰਵਾਨਾ ਹੋ ਰਿਹਾ, ਤੇ ਪੀਐਮ ਨੂੰ ਆਪਾਂ ਕੀ ਲਿਖਣਾ ਵਾ, ਦ ਪ੍ਰਾਈਮ ਮਿਨਿਸਟਰ। ਯਾਦ ਹੋ ਗਿਆ ਨਾ ਸਾਰਿਆਂ ਨੂੰ, ਪੀਐਮ ਦਾ ਮਤਲਬ ਦ ਪ੍ਰਾਈਮ ਮਿਨਿਸਟਰ। ਲੀਵਸ ਦਾ ਆਪਾਂ ਕੀ ਕਰਾਂਗੇ, ਹੈਜ਼ ਲੈਫਟ, ਤੇ ਫॉर ਟੈਕਸਾਸ ਜਿਹੜਾ ਉਦਾਂ ਦਾ ਉਦਾਂ ਹੀ ਆ ਜਾਣਾ। ਸੋ ਤੁਸੀਂ ਕੀ ਯਾਦ ਕਰਨਾ, ਜੇ ਲਾਂਚਸ ਹੋਏ ਤੇ ਹੈਜ਼ ਲਾਂਚਡ, ਜੇ ਲੀਵਸ ਹੋਏ ਤੇ ਹੈਜ਼ ਲੈਫਟ, ਬਾਕੀ ਉਦਾਂ ਦਾ ਉਦਾਂ ਹੀ। ਹੁਣ ਸੇਮ ਜਿੱਦਾਂ ਇੱਥੇ ਸੀਗਾ ਰਿਚਿਸ, ਇੱਥੇ ਛੱਡ ਜਾ ਰਿਹਾ ਵਾ, ਰਵਾਨਾ ਹੋ ਰਿਹਾ, ਤੇ ਇੱਥੇ ਉਹ ਪਹੁੰਚ ਗਿਆ। ਰਿਚਿਸ ਦਾ ਮਤਲਬ ਪਹੁੰਚ ਗਿਆ। ਜਿਹੜਾ ਆਪਣਾ ਡਿਫੈਂਸ ਮਿਨਿਸਟਰ ਹੈ ਉਹ ਮਾਸਕੋ ਪਹੁੰਚ ਗਿਆ, ਤੇ ਆਪਾਂ ਡਿਫੈਂਸ ਮਿਨਿਸਟਰ ਨੂੰ ਕੀ ਲਿਖ ਦਾਂਗੇ, ਇੰਡੀਅਨ ਡਿਫੈਂਸ ਮਿਨਿਸਟਰ, ਭਾਰਤ ਦਾ ਜਿਹੜਾ ਰੱਖਿਆ ਮੰਤਰੀ ਹੈ। ਰਿਚਿਸ ਨੂੰ ਆਪਾਂ ਕੀ ਬਣਾਉਣਾ, ਹੈਜ਼ ਰੀਚਡ, ਜਿਵੇਂ ਲੀਵਸ ਨੂੰ ਬਣਾਇਆ ਸੀ ਹੈਜ਼ ਲੈਫਟ, ਲਾਂਚਸ ਨੂੰ ਬਣਾਇਆ ਹੈਜ਼ ਲਾਂਚਡ, ਤੇ ਰਿਚਿਸ ਨੂੰ ਕੀ ਬਣਾਉਣਾ, ਹੈਜ਼ ਰੀਚਡ। ਇੱਥੇ ਹੋ ਗਿਆ ਮਾਸਕੋ, ਤੇ ਨਾਲ ਤੁਸੀਂ ਦੋ ਵਰਡਸ ਹੋਰ ਲਗਾ ਦਿਓ, ਜਸਟ ਨੋ, ਕਿ ਹੁਣੇ ਹੁਣੇ ਪਹੁੰਚਿਆ, ਹੈ ਨਾ ਸੌਖਾ। ਹੁਣ ਅੱਗੇ 8ਵਾਂ, ਸੀਨੀਅਰ ਪਾਰਟੀ ਮੈਂਬਰ ਕੁਇਟਸ, ਕਿ ਪਾਰਟੀ ਮੈਂਬਰ ਜਿਹੜਾ ਸੀਨੀਅਰ ਸੀ ਉਹਨੇ ਛੱਡ ਦਿੱਤਾ। ਇੱਥੇ ਪਾਰਟੀ ਦਾ ਕਿਸੇ ਦਾ ਨਾਮ ਲਿਖ ਲਓ ਤਾਂ ਕਿ ਥੋੜੀ ਜਿਹਾ ਲੰਬੀ ਹੋ ਜੇ, ਹੈ ਨਾ, ਨੰਬਰ ਵੀ ਤਾਂ ਲੈਣੇ ਆ ਨਾ ਅਸੀਂ। ਅ ਸੀਨੀਅਰ ਪਾਰਟੀ ਮੈਂਬਰ, ਇਹ ਸਾਰਾ ਇੱਥੇ ਲਿਖਤਾ, ਬਸ ਏ ਲਗਾਇਆ, ਤੇ ਪਾਰਟੀ ਦਾ ਨਾਮ ਲਿਖ ਲਿਓ ਕੋਈ ਵੀ। ਹੁਣ ਸਪੋਜ਼ ਕਰੋ ਆਪਾਂ ਲਿਖ ਲਿਆ ਆਫ ਅਕਾਲੀ ਦਲ, ਭਾਵੇਂ ਲਿਖ ਲਓ ਜਨਤਾ ਪਾਰਟੀ, ਭਾਵੇਂ ਲਿਖ ਲਓ ਕਾਂਗਰਸ, ਇਹਦੀ ਜਗ੍ਹਾ ਤੇ ਤੁਸੀਂ ਕੁਝ ਵੀ ਲਿਖ ਸਕਦੇ ਹੋ, ਠੀਕ ਹੈ। ਹੈਜ਼ ਕੁਇਟ, ਜਦੋਂ ਕੁਇਟਸ ਆ ਤੇ ਆਪਾਂ ਕੀ ਲਿਖਣਾ, ਹੈਜ਼ ਕੁਇਟ, ਤੇ ਦਾ ਪਾਰਟੀ, ਉਹਨੇ ਪਾਰਟੀ ਛੱਡ ਦਿੱਤੀ, ਠੀਕ ਹੈ ਜੀ। ਸੋ 8 ਤੱਕ ਦੇਖੋ, 8 ਤਾਂ ਬਿਲਕੁਲ ਤੁਹਾਡੀਆਂ ਸੌਖੀਆਂ ਹੋ ਗਈਆਂ। ਹੁਣ ਇਹ ਜਿਹੜੀਆਂ ਹੈਗੀਆਂ ਅਗਲੀਆਂ ਹੈਡਲਾਈਨਸ, ਇਹ ਦੋ ਹੈਗੀਆਂ ਕ੍ਰਾਈਮ ਬੇਸਡ, ਠੀਕ ਹੈ। ਕਿ ਇੱਕ ਸਟੂਡੈਂਟ ਹੈਲਡ ਫॉर ਸਟੀਲਿੰਗ ਮੋਬਾਈਲ ਫੋਨ, ਇੱਕ ਜਿਹੜਾ ਸਟੂਡੈਂਟ ਹੈ ਉਹ ਮੋਬਾਈਲ ਫੋਨ ਚੋਰੀ ਕਰਦਾ ਹੋਇਆ ਫੜਿਆ ਗਿਆ। ਤੇ ਅਗਲੀ ਹੈ ਹਸਬੈਂਡ ਗੈਟਸ ਆਰਆਈ ਇਨ ਡੋਰੀ ਕੇਸ, ਆਰਆਈ ਦਾ ਮਤਲਬ ਰਿਗਰਸ ਇੰਪ੍ਰਿਜ਼ਨਮੈਂਟ, ਇਹ ਯਾਦ ਰੱਖਣਾ ਤੁਸੀਂ। ਆਰਆਈ ਦਾ ਮਤਲਬ ਰਿਗਰਸ ਇੰਪ੍ਰਿਜ਼ਨਮੈਂਟ, ਮਤਲਬ ਸਖਤ ਜੇਲ੍ਹ। ਸੋ ਦਹੇਜ ਦੇ ਮਾਮਲੇ, ਡੋਰੀ ਕੇਸ ਕੀ ਹੁੰਦਾ, ਦਹੇਜ ਦੇ ਮਾਮਲੇ ਦੇ ਵਿੱਚ ਉਹਨੂੰ ਸਖਤ ਜੇਲ੍ਹ ਹੋਈ, ਠੀਕ ਹੈ। ਸੋ ਦੋਨਾਂ ਦੀ ਐਕਸਪਲੇਨੇਸ਼ਨ ਦੇਖਦੇ ਹਾਂ। ਸਟੂਡੈਂਟ ਨੂੰ ਕੀ ਲਿਖਾਂਗੇ, ਅ ਸਟੂਡੈਂਟ, ਹੈਲਡ ਦਾ ਕੀ ਲਿਖਾਂਗੇ, ਹੈਡ ਬੀਨ ਹੈਲਡ ਫॉर ਸਟੀਲਿੰਗ ਮੋਬਾਈਲ ਫੋਨਸ, ਮੋਬਾਈਲ ਫੋਨ ਨੇ ਕਿੱਥੋਂ ਚੁਰਾਏ ਹੋਣਗੇ, ਫਰੋਮ ਐਨ ਇਲੈਕਟ੍ਰੋਨਿਕ ਸ਼ਾਪ, ਭਾਵੇਂ ਲਿਖ ਦਿਓ ਫਰੋਮ ਏ ਮੋਬਾਈਲ ਸ਼ਾਪ, ਜੋ ਤੁਹਾਨੂੰ ਸੌਖਾ ਲੱਗਦਾ ਹੈ, ਠੀਕ ਹੈ। ਸੋ ਇਹ ਦੀ ਐਕਸਪਲੇਨੇਸ਼ਨ ਹੋਈ ਨਹੀਂ ਆ, ਅ ਸਟੂਡੈਂਟ, ਹੈਲਡ ਨੂੰ ਆਪਾਂ ਕਰ ਦੇਣਾ ਹੈਡ ਬੀਨ ਹੈਲਡ, ਫॉर ਸਟੀਲਿੰਗ ਮੋਬਾਈਲ ਫੋਨ ਇਦਾਂ ਦਾ ਇਦਾਂ ਹੀ ਆਪਾਂ ਇੱਥੇ ਲਗਾ ਦੇਣਾ, ਨਾਲ ਆਪਾਂ ਐਡ ਕਰ ਦੇਣਾ ਫਰੋਮ ਐਨ ਇਲੈਕਟ੍ਰੋਨਿਕ ਸ਼ਾਪ, ਨਹੀਂ ਤੇ ਫਰੋਮ ਏ ਮੋਬਾਈਲ ਸ਼ਾਪ, ਜੋ ਤੁਹਾਨੂੰ ਸੌਖਾ ਲੱਗਦਾ। ਅਗਲਾ ਦੇਖੋ, ਹਸਬੈਂਡਸ ਗੈਟਸ ਆਰਆਈ ਇਨ ਡੋਰੀ ਕੇਸ, ਹਸਬੈਂਡ ਦਾ ਹਸਬੈਂਡ ਇਦਾਂ ਹੀ ਆ ਗਿਆ, ਗੈਟਸ ਦਾ ਗੈਟਸ ਇਦਾਂ ਹੀ ਆ ਗਿਆ। ਆਰਆਈ ਨੂੰ ਵੀ ਆਪਾਂ ਕੀ ਲਿਖਣਾ ਹੈ, ਰਿਗਰਸ ਇੰਪ੍ਰਿਜ਼ਨਮੈਂਟ। ਇਹ ਤੁਹਾਨੂੰ ਦੋ ਸਪੈਲਿੰਗ ਯਾਦ ਕਰਨੇ ਪੈਣੇ ਆ। ਆਰਆਈ ਕਿਉਂਕਿ ਸ਼ਾਰਟ ਫਾਰਮ ਹੈ, ਫੁੱਲ ਫਾਰਮ ਕੀ ਹੋਏਗੀ, ਰਿਗਰਸ ਇੰਪ੍ਰਿਜ਼ਨਮੈਂਟ। ਇਨ ਡੋਰੀ ਕੇਸ ਉਦਾਂ ਦਾ ਉਦਾਂ ਹੀ ਆ ਗਿਆ, ਰਜਿਸਟਰਡ ਅਗੇਂਸਟ ਹਿਮ, ਕੇਸ ਦਾ ਰਜਿਸਟਰ ਹੁੰਦਾ ਨਾ, ਸੋ ਇਹਦੇ ਨਾਲ ਤੁਸੀਂ 3 ਵਰਡ ਹੈ ਯਾਦ ਕਰੋਗੇ, ਰਜਿਸਟਰਡ ਅਗੇਂਸਟ ਹਿਮ। ਸੋ ਪਤਾ ਲੱਗ ਗਿਆ 10 ਹੋ ਗਈਆਂ ਆਪਣੀਆਂ ਨਿਊਜ਼ਪੇਪਰ ਹੈਡਲਾਈਨਸ। ਹੁਣ ਰਹਿ ਗਈਆਂ 5 ਹੋਰ। ਇਹ ਪੰਜੋ ਹੀ ਥੋੜੀਆਂ ਅਲੱਗ-ਅਲੱਗ ਨੇ,
ਪਰ ਫਿਰ ਵੀ ਮੈਂ ਇਹਨਾਂ ਨੂੰ ਐਕਸਪਲੇਨ ਕਰਕੇ ਕੋਸ਼ਿਸ਼ ਕਰਦੀ ਹਾਂ ਕਿ ਬਿਲਕੁਲ ਤੁਹਾਨੂੰ ਸੌਖੀਆਂ ਕਰਕੇ ਸਮਝਾ ਦਿਆਂ। 11ਵੀਂ ਹੈ ਪੀਪਲ ਐਜੂਕੇਟਿਡ ਔਨ ਰੋਡ ਸੇਫਟੀ, ਕਿ ਲੋਕਾਂ ਨੂੰ ਰੋਡ ਸੇਫਟੀ ਦੇ ਉੱਪਰ, ਸੜਕ ਸੁਰੱਖਿਆ ਦੇ ਉੱਪਰ ਐਜੂਕੇਟ ਕੀਤਾ ਗਿਆ। ਤੇ ਉਹ ਕੌਣ ਕਰਦਾ? ਟ੍ਰੈਫਿਕ ਪੁਲਿਸ। ਸੋ ਆਪਾਂ ਕੀ ਲਿਖਾਂਗੇ? ਟ੍ਰੈਫਿਕ ਪੁਲਿਸ has conducted a seminar on road safety rules to educate people, ਕਿ ਉਹਨਾਂ ਨੇ ਰੋਡ ਸੇਫਟੀ ਰੂਲਸ ਦੇ ਉੱਪਰ ਜਿਹੜਾ ਇੱਕ ਸੈਮੀਨਾਰ ਲਗਾਇਆ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ। ਇਹਦੀ ਹੋਰ ਬਿਲਕੁਲ ਸੌਖੀ ਨਹੀਂ ਬਣਦੀ ਸੀਗੀ, ਇਹ ਤੋਂ ਸੌਖਾ ਫਿਰ ਇਹ ਨਹੀਂ ਕਰ ਸਕਦੇ ਆਪਾਂ, ਕਿਉਂਕਿ ਸਾਨੂੰ ਥੋੜਾ ਐਕਸਪਲੇਨ ਵੀ ਤਾਂ ਕਰਨਾ ਪੈਣਾ ਨਾ। ਸੋ ਇਹ ਤੁਸੀਂ ਯਾਦ ਕਰਨਾ ਹੈ, ਟ੍ਰੈਫਿਕ ਪੁਲਿਸ ਹੈਜ਼ ਕੰਡਕਟਡ ਅ ਸੈਮੀਨਾਰ ਔਨ ਰੋਡ ਸੇਫਟੀ ਰੂਲਸ ਟੂ ਐਜੂਕੇਟ ਪੀਪਲ। ਠੀਕ ਹੈ। ਹੈਡਲਾਈਨ ਅਗਲੀ ਹੈ 14-year-old claims to have cured COVID। 14 ਸਾਲ ਦੇ ਇੱਕ ਬੱਚੇ ਨੇ ਕਲੇਮ ਕੀਤਾ ਕਿ ਉਹਦਾ ਕੋਵਿਡ ਦਾ ਇਲਾਜ ਹੋ ਗਿਆ। ਠੀਕ ਹੈ। ਸੋ 14-year-old ਨੂੰ ਆਪਾਂ ਕੀ ਲਿਖਾਂਗੇ? ਅ 14-year-old child। ਠੀਕ ਹੈ। has recovered, claims to have cured, cured ਨੂੰ ਆਪਾਂ ਕੀ ਲਿਖਾਂਗੇ? ਕਿ ਰਿਕਵਰ ਹੋ ਗਿਆ। has recovered ਕਾਹਦੇ ਤੋਂ? from COVID-19 successfully। ਠੀਕ ਹੈ। ਸੋ 14 ਸਾਲ ਦਾ ਬੱਚਾ ਆਪਾਂ ਇੱਥੋਂ ਹੀ ਲੈ ਲਿਆ ਵੈ। ਠੀਕ ਹੈ। ਜੇ ਤੁਸੀਂ ਏਦਾਂ ਵੀ ਲਿਖੋ ਤੇ ਮੈਂ ਤੁਹਾਨੂੰ ਥੋੜਾ ਹੋਰ ਸੌਖਾ ਕਰਕੇ ਦੱਸ ਦਿੰਦੀ ਹਾਂ, ਤਾਂ ਵੀ ਤੁਹਾਡਾ ਗਲਤ ਨਹੀਂ ਹੋਏਗਾ। A 14-year-old child has claimed to have cured from COVID successfully। ਸੋ ਏਦਾਂ ਕਰਕੇ ਵੀ ਤੁਸੀਂ ਇਹਨੂੰ ਸੌਖਾ ਕਰਕੇ ਲਿਖ ਸਕਦੇ ਹੋ। ਠੀਕ ਹੈ। ਕਿੱਦਾਂ ਲਿਖੋਗੇ? A 14-year-old has claimed to have cured COVID successfully। ਠੀਕ ਹੈ। ਸੋ 13ਵੀਂ ਹੈਡਲਾਈਨ ਆ ਗਈ, ਗਵਰਨਮੈਂਟ ਫਿਲਸ 300 ਪੋਸਟ ਆਫ ਟੀਚਰ। ਇਹਦਾ ਤਾਂ ਸੌਖਾ ਹੀ ਆਪਾਂ ਬਣਾ ਲਾਂਗੇ। ਫਿਲਸ ਦਾ ਕੀ ਲਿਖਾਂਗੇ? ਵਿਲ ਫਿਲ, ਕਿਉਂਕਿ ਔਨ ਭਵਿੱਖ ਚ ਕਰੇਗੀ ਨਾ, ਸੋ ਆਪਾਂ ਵਿਲ ਫਿਲ ਲਗਾਵਾਂਗੇ। ਗਵਰਨਮੈਂਟ ਵਿਲ ਫਿਲ, ਬਾਕੀ ਇਹੀ ਲਿਖ ਦੋ 300 ਪੋਸਟ ਆਫ ਟੀਚਰਸ। ਆਪਾਂ ਲਿਖਿਆ 300 ਪੋਸਟ ਆਫ ਸੈਕੰਡਰੀ ਟੀਚਰਸ। ਸੈਕੰਡਰੀ ਯਾਦ ਕਰ ਸਕਦੇ ਹੋ ਤੇ ਬਹੁਤ ਵਧੀਆ, ਨਹੀਂ ਵੀ ਕਰ ਸਕਦੇ ਤੇ ਏਦਾਂ ਹੀ ਲਿਖ ਦੋ 300 ਪੋਸਟ ਆਫ ਟੀਚਰਸ ਸੂਨ, ਕਿ ਜਲਦੀ ਹੀ 300 ਜਿਹੜੀਆਂ ਪੋਸਟਾਂ ਟੀਚਰ ਦੀਆਂ ਗਵਰਨਮੈਂਟ ਭਰੇਗੀ। ਉਹ ਇੰਡੀਆ ਬੀਟਸ ਆਸਟ੍ਰੇਲੀਆ ਇਨ ਦਾ ਫਾਈਨਲਸ। ਫਾਈਨਲਸ ਦੇ ਵਿੱਚ ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾਇਆ। ਸੋ ਤੁਸੀਂ ਲਿਖੋਗੇ ਇੰਡੀਆ ਬੀਟ ਆਸਟ੍ਰੇਲੀਆ। ਫਾਈਨਲ ਨੂੰ ਕੀ ਲਿਖ ਦੋਗੇ? ਦ ਵਰਲਡ ਕੱਪ ਫਾਈਨਲਸ। ਹੈ ਨਾ, ਥੋੜਾ ਲੰਬਾ ਵੀ ਤਾਂ ਕਰਨਾ ਨਾ ਆਪਾਂ। ਸੋ ਲਿਖ ਦੋ ਇਨ ਦਾ ਉਦਾਂ ਹੀ ਆ ਗਿਆ, ਬਸ ਫਾਈਨਲ ਦੀ ਜਗ੍ਹਾ ਤੇ ਕੀ ਲਿਖ ਦੇਣਾ ਹੈ? ਵਰਲਡ ਕੱਪ ਫਾਈਨਲਸ। ਐਂਡ ਵਨ ਦਾ ਟੂਰਨਾਮੈਂਟ, ਤੇ ਟੂਰਨਾਮੈਂਟ ਜਿੱਤ ਲਿਆ। ਠੀਕ ਹੈ। ਗੋਲਡ ਰਾਈਜ਼ਸ ਫਰਦਰ, ਸੋਨੇ ਦੀ ਕੀਮਤ ਹੋਰ ਵਧ ਰਹੀ ਹੈ। The prices of gold, ਕੀ ਲਿਖਾਂਗੇ ਆਪਾਂ? ਸੋਨੇ ਦੀ ਕੀਮਤ। ਕੀਮਤ ਕੀ ਹੁੰਦੀ ਹੈ? ਪ੍ਰਾਈਸ। The price of gold ਸੌਰੀ, ਔਰ ਕਿੱਥੇ ਵੱਧਦੀ ਹੈ? ਮਾਰਕੀਟ ਦੇ ਵਿੱਚ। ਸੋ ਲਿਖ ਦੋ ਇਨ ਦਾ ਮਾਰਕੀਟ has increased again। ਸੋ ਬੱਚਿਓ, ਇਹ ਸੀਗੀਆਂ ਤੁਹਾਡੀਆਂ 15 ਨਿਊਜ਼ ਹੈਡਲਾਈਨਸ, ਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਲਈ ਇਹ ਬਹੁਤ ਸੌਖੀਆਂ ਹੋਣਗੀਆਂ। ਜਿਸ ਤਰ੍ਹਾਂ ਆਪਾਂ ਐਕਸਪਲੇਨ ਕੀਤਾ ਹੈ, ਤੁਹਾਨੂੰ ਸਮਝ ਵੀ ਆ ਗਈਆਂ ਹੋਣਗੀਆਂ। ਸੋ ਸਾਰੇ ਬੱਚਿਆਂ ਨੇ ਯਾਦ ਕਰ ਲੈਣੀਆਂ ਤੇ 80/80 ਨੰਬਰ ਪੂਰੇ ਲੈਣੇ ਹੈ। ਥੈਂਕ ਯੂ, ਹੈਵ ਅ ਨਾਈਸ ਡੇ। ਤੇ ਸ਼ੇਅਰ ਕਰਨਾ, ਲਾਈਕ ਕਰਨਾ ਬਿਲਕੁਲ ਨਹੀਂ ਭੁੱਲਣਾ। ਥੈਂਕ ਯੂ।